ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਫੀਲਡ ਮਾਰਸ਼ਲ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 82। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਉੱਥੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਸ ਵੇਲੇ ਮੁਲਕ ਦੇ ਹਾਲਾਤ ਕਿਹੋ ਜਿਹੇ ਨੇ ਤੇ ਇਹਨੂੰ ਕੌਣ ਚਲਾ ਰਿਹਾ। ਜਿਹੜਾ ਮਰੀਮ ਸਾਹਿਬਾ ਨੇ ਜਹਾਜ਼ ਖਰੀਦਿਆ ਜਾਂ ਜਹਾਜ਼ ਚੜਾਇਆ ਅਸਮਾਨ ਦੇ ਵਿੱਚ ਜਾਂ ਚੰਦ ਚੜਾਇਆ, ਉਹ ਤਾਂ ਤੁਸੀਂ ਸੁਣ ਹੀ ਲਿਆ। ਉਹਦੇ 'ਤੇ ਥੋੜ੍ਹੀ ਜਿਹੀ ਗੱਲ ਹੋਰ ਵੀ ਕਰਾਂਗੇ। ਨਾਲ ਜੋ ਹਾਕੀ ਟੀਮ ਦੇ ਨਾਲ ਹੋਇਆ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ, ਕਿਉਂਕਿ ਹੁਣ ਉਹਦੀ ਹੋਰ ਇਹੋ ਜਿਹੀ ਤਫਸੀਲ ਆਈ ਹੈ ਜਿਹਦੇ ਨਾਲ ਪੂਰੀ ਕੌਮ ਵਾਸਤੇ ਮੈਂ ਆਨਾ ਕਿ ਸ਼ਰਮਿੰਦਗੀ ਦੀ ਗੱਲ ਹੈ, ਬਲਕਿ ਜਿਹੜੇ ਇਵਾਨ ਦੇ ਇਕਤਦਾਰਾਂ 'ਚ ਬੈਠੇ ਨੇ ਉਹਨਾਂ ਵਾਸਤੇ ਤੇ ਡੁੱਬ ਕੇ ਮਰਨ ਵਾਲੀ ਗੱਲ ਹੈ। ਜਿੱਡਾ ਕੁ ਜ਼ੁਲਮ ਤੇ ਜ਼ਿਆਦਤੀ ਹਾਕੀ ਦੇ ਪਲੇਅਰਾਂ ਦੇ ਨਾਲ ਕਰ ਛੱਡੀ। ਹੁਣ ਖੈਰ ਆਪ ਵੀ ਬੋਲਣ ਡਏ ਨੇ, ਸਾਰੇ ਦੇ ਸਾਰੇ ਹਕੂਮਤੀ ਵਜ਼ੀਰ ਵੀ ਬੋਲਣ ਡਏ ਨੇ, ਕਿਉਂਕਿ ਉਹਨਾਂ ਨੂੰ ਅੰਦਾਜ਼ਾ ਹੋਇਆ ਹੈ ਕਿ ਅਸੀਂ ਬਹੁਤਾ ਜ਼ੁਲਮ ਕਰ ਛੱਡਿਆ। ਲੇਕਿਨ ਉਸ ਤੋਂ ਪਹਿਲੇ ਜਿਹੜੀ ਸਭ ਤੋਂ ਅਸੀਂ ਤੁਹਾਡੇ ਸਾਹਮਣੇ ਇੱਕ ਸ਼ਰਮਨਾਕ ਕਿਸਮ ਦੀ ਖਬਰ ਰੱਖਣੀ ਹੈ। ਹਾਲਾਂਕਿ ਵਿਚਾਰੀ ਬਾਜੀ ਉਜ਼ਮਾ ਜਿਹੜੀ ਹੈ ਉਹ ਝੂਠ ਤੇ ਪੂਰਾ ਮਾਰਦੀ ਹੈ। ਹਾਲ ਹੀ 'ਚ ਉਹਨਾਂ ਨੇ ਬਾਜੀ ਦੇ ਜਹਾਜ਼ ਦੇ ਬਾਰੇ ਵੀ ਝੂਠ ਮਾਰਿਆ ਔਰ ਫੜੇ ਗਏ ਨੇ। ਝੂਠ ਵੀ ਇਹੋ ਜਿਹਾ ਮਾਰਿਆ ਵੀ ਕੋਈ ਮੇਰਾ ਖਿਆਲ ਅਨਪੜ੍ਹ ਔਰ ਜਾਹਿਲ ਬੰਦਾ ਵੀ ਨਾ ਮਾਰੇ ਇਹੋ ਜਿਹਾ ਝੂਠ, ਲੇਕਿਨ ਮਜਬੂਰੀ ਸੀ ਉਹਨਾਂ ਦੀ, ਉਹਨਾਂ ਮਾਰ ਛੱਡਿਆ। ਲੇਕਿਨ ਹੁਣ ਜਿਹੜੀ ਸਭ ਤੋਂ ਖਤਰਨਾਕ ਸੂਰਤ ਹਾਲ ਸਾਹਮਣੇ ਆ ਰਹੀ ਉਹ ਇਹ ਹੈ ਕਿ ਅਜ਼ਮਾ ਬੁਖਾਰੀ ਸਾਹਿਬਾ ਨੂੰ ਲਾਹੌਰ ਦੀ ਇੱਕ ਅਦਾਲਤ ਬਾਰ-ਬਾਰ ਸੱਦ ਰਹੀ ਹੈ। ਉਹਨਾਂ ਇਲਜ਼ਾਮ ਲਾਇਆ ਸੀ ਫਲਕ ਜਾਵੇਦ ਦੇ ਉੱਤੇ ਕਿ ਉਹਨਾਂ ਨੇ ਉਹਨਾਂ ਦੀ ਕੋਈ ਕਾਬਲੇ ਇਤਰਾਜ਼ ਵੀਡੀਓ ਜਿਹੜੀ ਹੈ ਜਾਲੀ ਉਹ ਜਾਰੀ ਕੀਤੀ ਸੀ। ਹੁਣ ਉਹ ਜ਼ਾਹਿਰ ਹੈ ਜਾਲੀ ਹੋਣੀ ਹੈ ਉਹ ਵੀਡੀਓ, ਜਿਹੜੀ ਵੀ ਕੋਈ ਅੱਜ ਕੱਲ੍ਹ ਤੁਹਾਨੂੰ ਪਤਾ AI ਵਗੈਰਾ ਤੋਂ ਬਣਾਉਂਦੇ ਨੇ। ਫਲਕ ਜਾਵੇਦ ਕਹਿੰਦੇ ਨੇ ਕਿ ਮੈਂ ਕਦੇ ਜਾਰੀ ਨਹੀਂ ਕੀਤੀ, ਮੈਂ ਤੇ ਸ਼ੇਅਰ ਜਿਹੜੀ ਲੋਕਾਂ ਕੀਤੀ ਸੀ ਉਹ ਅੱਗੋਂ ਸ਼ੇਅਰ ਕੀਤੀ ਹੈ। ਲੇਕਿਨ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੇ ਨੇ ਕਿ ਨਹੀਂ, ਉਹ ਮੇਰੀ ਕਾਬਲੇ ਇਤਰਾਜ਼ ਜਿਹੜੀ ਜਾਲੀ ਵੀਡੀਓ ਸੀ ਉਹ ਇਹਨਾਂ ਨੇ ਬਣਵਾਈ ਹੈ ਤੇ ਇਹਨਾਂ ਨੇ ਸ਼ੇਅਰ ਕੀਤੀ ਹੈ, ਤੇ ਉਹਨਾਂ ਫਲਕ ਜਾਵੇਦ ਦੇ ਉੱਤੇ ਕਰ ਛੱਡਿਆ ਮੁਕੱਦਮਾ। ਹੁਣ ਫਲਕ ਜਾਵੇਦ ਅੱਜ ਕੱਲ੍ਹ ਜੇਲ੍ਹ 'ਚ ਉਸ ਮੁਕੱਦਮੇ ਦੇ ਸਿਲਸਿਲੇ 'ਚ। ਅਦਾਲਤ ਨੇ ਕੋਈ 5ਵੀਂ 6ਵੀਂ ਵਾਰੀ ਕਿ ਪਤਾ ਨਹੀਂ 8ਵੀਂ ਵਾਰੀ ਸੱਦਿਆ ਅਜ਼ਮਾ ਬੁਖਾਰੀ ਸਾਹਿਬਾ ਨੂੰ ਕਿ ਆਓ ਤੇ ਆਪਣੀ ਜਿਹੜੀ ਤੁਸੀਂ ਇਲਜ਼ਾਮ ਲਾਇਆ, ਅਦਾਲਤ ਦੀ ਇੱਕ ਕਾਰਵਾਈ ਹੁੰਦੀ ਹੈ ਨਾ, ਤੁਸੀਂ ਅਗਰ ਕਿਸੇ ਬੰਦੇ 'ਤੇ ਇਲਜ਼ਾਮ ਲਾਉਂਦੇ ਹੋ ਤਾਂ ਫਿਰ ਤੁਹਾਨੂੰ ਉਹਨੂੰ ਉਸ ਇਲਜ਼ਾਮ ਨੂੰ ਅਦਾਲਤ 'ਚ ਸਾਬਤ ਕਰਨਾ ਹੈ, ਸਬੂਤ ਵੀ ਦੇਣੇ ਨੇ। ਉਹਦੇ ਨਾਲ ਜਿਹੜਾ ਬੰਦਾ ਇਲਜ਼ਾਮ ਲਾਉਣ ਵਾਲਾ ਉਹਨੂੰ ਵੀ ਅਦਾਲਤ 'ਚ ਆ ਕੇ ਗਵਾਹੀ ਦੇਣੀ ਪੈਂਦੀ ਹੈ ਕਿ ਬਈ ਇਹ ਮੇਰਾ ਇਹ ਮੁੱਦਾ ਹੈ ਤੇ ਮੇਰੇ ਨਾਲ ਇਹ ਜ਼ੁਲਮ ਕੀਤਾ ਗਿਆ। ਹੁਣ ਅਦਾਲਤ ਆਂਦੀ ਹੈ ਕਿ ਆਓ ਅਦਾਲਤ ਦੇ ਵਿੱਚ ਤੇ ਆ ਕੇ ਸਾਬਤ ਕਰੋ ਕਿ ਇਹ ਫਲਕ ਜਾਵੇਦ ਨੇ ਹੀ ਕੰਮ ਕੀਤਾ ਤੁਹਾਡੇ ਨਾਲ। ਤੁਹਾਡੀ ਜਿਹੜੀ ਕਾਬਲੇ ਇਤਰਾਜ਼ ਤੁਸੀਂ ਆਂਦੇ ਹੋ ਜਾਲੀ ਵੀਡੀਓ ਉਹ ਇਹਨਾਂ ਨੇ ਜਾਰੀ ਕੀਤੀ ਹੈ। ਹੁਣ ਅਜ਼ਮਾ ਬੁਖਾਰੀ ਸਾਹਿਬਾ ਅਦਾਲਤ ਨਹੀਂ ਆਉਂਦੇ। ਅੱਛਾ ਚਲੋ ਅਦਾਲਤ ਨਾ ਆਉਣਾ ਸਮਝ ਆਉਂਦੀ, ਕਈ ਵਾਰੀ ਬੰਦਾ ਬਹੁਤ ਸਾਰੇ ਕਾਨੂੰਨੀ ਮਾਮਲਾਤ ਹੁੰਦੇ ਨੇ, ਮਤਲਬ ਕਿ ਕੇਸ ਦੇ ਵਿੱਚ ਜਾਨ ਨਹੀਂ ਹੁੰਦੀ, ਬੰਦੇ ਨੇ ਉਹਨੂੰ ਲਟਕਾਉਣਾ ਹੁੰਦਾ ਜਾਂ ਹੋਰ ਮਸਲੇ ਵੀ ਹੁੰਦੇ ਨੇ। ਕੇਸ ਦੇ ਵਕਲਾ ਕਹਿੰਦੇ ਨੇ ਕਿ ਬਈ ਤੁਹਾਡਾ ਕੇਸ ਇਸ ਤਰੀਕੇ ਨਾਲ ਤੁਸੀਂ ਜਿੱਤੋਗੇ ਜਾਂ ਬਿਹਤਰ ਹੋਏਗਾ ਜਾਂ ਤੁਹਾਡੇ ਮੁਖਾਲਫ ਨੂੰ ਜ਼ਿਆਦਾ ਤਕਲੀਫ ਹੋਏਗੀ ਅਗਰ ਤੁਸੀਂ ਅਦਾਲਤ ਨਾ ਜਾਓ, ਇਹਨੂੰ ਲਟਕਾਓ। ਤਾਂ ਮੈਂ ਇਹਨਾਂ ਗੱਲਾਂ ਨੂੰ ਸਮਝਦਾ ਕਿਉਂਕਿ ਆਪ ਵੀ ਅਸੀਂ ਕੇਸ ਹੋਏ ਹਾਂ ਤੇ ਇਹ ਗੱਲ ਸਮਝ ਆਉਂਦੀ। ਲੇਕਿਨ ਜਿਹੜਾ ਅਜ਼ਮਾ ਬੁਖਾਰੀ ਸਾਹਿਬਾ ਨੇ ਬਹਾਨਾ ਪੇਸ਼ ਕੀਤਾ ਅਦਾਲਤ ਨਾ ਆਉਣ ਦਾ, ਉਹਨੇ ਤੇ ਵੱਟ ਕੱਢ ਕੇ ਰੱਖ ਦਿੱਤੇ ਨੇ ਸਾਰਿਆਂ ਦੇ। ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ ਹੈ ਕਿ ਮੈਨੂੰ ਸਿਕਿਉਰਿਟੀ ਥ੍ਰੈਟ ਨੇ, ਮੈਂ ਇਸ ਵਾਸਤੇ ਲਾਹੌਰ ਦੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕਦੀ। ਮੈਂ ਕਿਹਾ ਬੰਬ ਨਹੀਂ ਕੱਢ ਦਿੱਤੀ ਇੱਕ ਵਾਰੀ ਬਾਜੀ ਨੇ ਗੱਲ ਕਰਕੇ। ਉਧਰ DG ISPR ਸਾਹਿਬ ਸਾਨੂੰ ਦੱਸਦੇ ਨੇ ਕਿ ਬਈ ਸਿਕਿਉਰਿਟੀ ਦੇ ਇੰਤਜ਼ਾਮਾਤ ਤੇ ਗਵਰਨੈਂਸ ਦੇ ਇੰਤਜ਼ਾਮਾਤ ਜਿਹੋ ਜਿਹੇ ਪੰਜਾਬ 'ਚ ਨੇ ਉਹੋ ਜਿਹੇ ਹੈ ਕਿਤੇ ਨਹੀਂ। KP ਨੂੰ ਲਤਾੜਦੇ ਨੇ। ਉਹ ਆਉਂਦੇ ਨੇ ਸਿੰਧ ਦੇ ਵਿੱਚ ਤੇ ਪੰਜਾਬ ਦੇ ਵਿੱਚ ਮੈਂ ਆਨਾ ਵੀ ਬੱਲੇ ਬੱਲੇ ਕਰਾ ਦਿੱਤੀ ਉਹਨਾਂ ਨੇ। ਲੇਕਿਨ ਹੁਣ ਇੱਥੇ ਜਿਹੜੀ ਬਾਜੀ ਅਜ਼ਮਾ ਬੁਖਾਰੀ ਹੈ ਉਹ ਆਂਦੀ ਹੈ ਕਿ ਮੈਂ ਅਦਾਲਤ ਹੀ ਮੈਂ ਆ ਹੀ ਨਹੀਂ ਸਕਦੀ ਅਦਾਲਤ, ਕਿਉਂਕਿ ਮੈਨੂੰ ਸਿਕਿਉਰਿਟੀ ਦਾ ਮਸਲਾ ਹੈ। ਇਹ ਹੁਣ ਇੱਕ ਵਜ਼ੀਰ ਹੈ, ਮਤਲਬ ਭਾਵੇਂ ਫਾਰਮ 47 ਦੀ ਭੈਣ ਸਾਡੀ ਵਜ਼ੀਰ ਹੈ, ਪਰ ਇੱਕ ਵਜ਼ੀਰ ਹੈ ਅਜ਼ਮਾ ਬੁਖਾਰੀ ਸਾਹਿਬਾ ਦੀ ਮੈਂ ਗੱਲ ਕਰਨਾ। ਔਰ ਇਹਨਾਂ ਨੂੰ ਕਿਸੇ ਨੇ ਕੀ ਕਹਿਣਾ ਹੈ, ਤੇ ਇੰਨਾ ਕੁ ਲੜਾਕਾ ਹੈ ਬਾਜੀ ਤੇ ਏਡੀ ਕੁ ਲੜਾਕਾ ਹੈ ਕਿ ਜਿੰਨ ਤੇ ਚੜੇਲਾਂ ਨਾਲ ਇਹਦੇ ਨਾਲ ਲੜਨ ਕਦੇ, ਮਤਲਬ ਕਿ ਜਿੰਨ ਤੇ ਚੜੇਲਾਂ ਵੀ ਵੜਾ ਕੇ ਲੰਘਦੇ ਨੇ ਜਿੱਥੇ ਅਜ਼ਮਾ ਬੁਖਾਰੀ ਸਾਹਿਬਾ ਬੈਠੇ ਹੋਣ ਵੀ ਬਈ ਅਸੀਂ ਨਹੀਂ ਇਸ ਬਾਜੀ ਦੇ ਨਾਲ ਪੂਰੇ ਆ ਸਕਦੇ। ਤੇ ਉਹ ਜਿੰਨ ਵੀ ਜਿਹੜੇ ਨੇ ਉਹ ਆਉਂਦੇ ਨੇ ਵੀ ਤੁਸੀਂ ਸਾਡੇ ਗੁਰੂ ਹੋ, ਭੈਣ ਸਾਡੀ ਹੈ, ਅਸੀਂ ਨਹੀਂ ਤੇਰੇ ਨਾਲ ਲੜ ਸਕਦੇ। ਉਹ ਖਾਤੂਨ ਵੀ ਕਹਿ ਰਹੇ ਨੇ ਕਿ ਮੈਨੂੰ ਸਿਕਿਉਰਿਟੀ ਰਿਸਕ ਹੈ। ਇਹ ਹੁਣ ਪਤਾ ਨਹੀਂ ਕਿਹੜਾ ਸਿਕਿਉਰਿਟੀ ਰਿਸਕ ਹੈ, ਇਹਨਾਂ ਨੂੰ ਕਿਹੜੇ ਮਾਮਲੇ ਨੇ। ਜਿਸ ਵੇਲੇ ਇਹਨਾਂ ਨੇ ਹੁਣੇ ਹੀ ਬਸੰਤ ਬਣਾ ਰਹੇ ਸਨ ਇਹ ਹਰ ਥਾਂ 'ਤੇ। ਕੱਲ੍ਹ ਪਰਸੋਂ ਕਹਾਣੀ ਸੁਣਾ ਰਹੇ ਸਨ, ਮੈਂ ਸੋਸ਼ਲ ਮੀਡੀਆ 'ਤੇ ਵੇਖਿਆ ਵੀ ਮੈਂ ਬੱਚਿਆਂ ਦੇ ਨਾਲ ਖਾਣਾ ਖਾਣ ਗਈ ਅਤੇ ਸ਼ਾਪਿੰਗ ਕਰਨ, ਉੱਥੇ ਕਿਤੇ ਸਿਕਿਉਰਿਟੀ ਰਿਸਕ ਨਹੀਂ ਹੈ। ਅਦਾਲਤੇ ਆਉਂਦੀ ਹੈ ਇਹਨਾਂ ਨੂੰ ਸਿਕਿਉਰਿਟੀ ਰਿਸਕ ਹੈ, ਉੱਥੇ ਜ਼ਾਹਿਰ ਹੈ ਪਤਾ ਜੋ ਹੈ ਵੀ ਝੂਠ ਮਾਰਿਆ ਹੈ।
ਤੇ ਜਿਵੇਂ ਹਾਲ ਹੀ ਦੇ ਵਿੱਚ ਇਹਨਾਂ ਨੇ ਝੂਠ ਮਾਰਿਆ ਵੀ ਉਹ 에ਅਰ ਪੰਜਾਬ ਚਲਾਉਣੀ ਅਸੀਂ, ਤੇ ਉਹ ਜਿਹੜਾ ਨਵਾਂ ਜਹਾਜ਼ ਖਰੀਦਿਆ ਨਾ ਬਾਜੀ ਵਾਸਤੇ 1300 ਕਰੋੜ ਦਾ, ਕਿੰਨੇ ਦਾ? 1300 ਕਰੋੜ ਦਾ ਬਾਜੀ ਨੇ ਨਵਾਂ ਜਹਾਜ਼ ਖਰੀਦਿਆ ਤੇ ਉਹ ਆਂਦੇ ਨੇ 에ਅਰ ਪੰਜਾਬ ਵਾਸਤੇ ਖਰੀਦਿਆ। ਤੁਹਾਨੂੰ ਸਵਾਰੀਆਂ ਉਹਦੇ 'ਚ ਚਾੜਨੀਆਂ ਨੇ ਤੇ ਲਾਉਣੀਆਂ ਨੇ, ਸਵਾਰੀਆਂ ਚਾੜਨੀਆਂ ਨੇ ਤੇ ਲਾਉਣੀਆਂ ਨੇ। ਵੇਖੋ ਬਈ, ਕੰਮ ਕਰੇ ਬੰਦਾ ਤੇ ਪਤਾ ਲੱਗੇ, ਕੋਈ ਵੀ ਕੰਮ ਕੋਈ ਬੰਦਾ ਵੀ ਕਰੇ ਤੇ ਪਤਾ ਲੱਗੇ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਬਾਜੀ ਸਾਡੀ ਕੰਮ ਕਰਦੀ ਏ, ਪਤਾ ਲੱਗਦਾ ਹੈ। ਬਾਜੀ ਮਰੀਮ ਦੀ ਗੱਲ ਕਰ ਰਹਾ ਕਿ ਬਾਜੀ ਜਿਹੜਾ ਵੀ ਸੁਥਰਾ ਪੰਜਾਬ ਦਾ ਕੰਮ ਕਹਿ ਲਓ, ਉਹਦੇ ਜਿਹੜਾ ਘਪਲਾ ਹੋ ਰਿਹਾ ਇਸ ਵੇਲੇ ਪੈਸੇ ਖਾਣ ਦਾ, ਪਤਾ ਲੱਗਦਾ ਵੀ ਮਾਲ ਪਾਣੀ ਖਾਧਾ ਗਿਆ। ਹੁਣ ਬਾਜੀ ਨੇ ਇਹ ਜਹਾਜ਼ ਖਰੀਦਿਆ, ਇਹ ਵੀ ਤਾਂ ਕੰਮ ਹੀ ਕੀਤਾ ਹੈ ਨਾ ਬਾਜੀ ਨੇ, 1300 ਕਰੋੜ ਦਾ ਜਹਾਜ਼ ਖਰੀਦਿਆ। ਤੇ ਫਿਰ ਮੈਨੂੰ ਮਜਬੂਰਨ ਕਹਿਣਾ ਪੈਂਦਾ ਵੀ ਬਾਜੀ ਕੰਮ ਕਰਦੀ ਏ, ਪਤਾ ਲੱਗਦਾ ਹੈ। ਹੁਣ ਇਹ ਜਿਹੜਾ ਜਹਾਜ਼ ਖਰੀਦਿਆ ਹੈ ਇਹ 1300 ਕਰੋੜ ਦਾ, ਇਹ 1300 ਕਰੋੜ ਦਾ ਮਤਲਬ 13 ਅਰਬ, ਕੁਝ ਜਾਂਦੇ ਨੇ 1100 ਕਰੋੜ ਦਾ, 11 ਅਰਬ ਦਾ, ਬਹਰਹਾਲ 11 ਔਰ 13 ਦੇ ਦਰਮਿਆਨ ਜਿਹੜਾ ਜਹਾਜ਼ ਖਰੀਦਿਆ। ਉਧਰ 10 ਅਰਬ ਦੀ ਪੂਰੀ PIA ਵੇਚ ਛੱਡੀ, ਉਹਦੇ 'ਚ 18 ਜਹਾਜ਼ ਐਸੇ ਸਨ PIA ਦੇ ਜਿਹੜੇ ਕਾਬਲ ਇਸਤੇਮਾਲ ਸਨ ਤੇ ਵੱਡੇ ਵੱਡੇ ਜਹਾਜ਼ ਸਨ, ਮਤਲਬ ਉਹਦੇ 'ਚ ਸੈਂਕੜਿਆਂ ਬੰਦੇ ਬਹਿੰਦੇ ਸਨ। ਇਹ ਬਾਜੀ ਨੇ ਕੋਈ 15 18 19 ਜ਼ਿਆਦਾ ਤੋਂ ਜ਼ਿਆਦਾ ਬੰਦੇ ਬਹਿ ਸਕਦੇ ਨੇ ਇਹਦੇ 'ਚ, ਤੇ 19 ਵੀ ਨਹੀਂ ਵੈਸੇ ਬਹਿੰਦੇ, ਉਹਦੇ 'ਤੇ ਇੱਕ ਬੈੱਡ ਲੱਗਾ ਹੋਇਆ, ਉਹਦੇ 'ਤੇ ਅਗਰ ਭਾਓ ਤਾਂ ਫਿਰ ਬਹਿੰਦੇ ਨੇ, ਵੈਸੇ ਤਾਂ ਇਹਦੇ 14 15 ਬੰਦੇ ਹੀ ਬਹਿਣੇ ਨੇ। ਇਹ ਬਾਜੀ ਨੇ ਖਰੀਦ ਲਿਆ 11 ਅਰਬ ਦਾ ਜਾਂ 13 ਅਰਬ ਦਾ, ਮਤਲਬ 1100 ਕਰੋੜ ਦਾ ਜਾਂ 1300 ਕਰੋੜ ਦਾ। ਇਹਦੇ ਨਾਲ PIA ਬਾਜੀ ਨੂੰ ਦੇ ਦਿੰਦੇ, ਕੰਮ ਮੁਕਾਉਂਦੇ। ਇੱਕ ਜਹਾਜ਼ ਜੋ ਖਰੀਦਿਆ, ਹੁਣ ਉੱਤੋਂ ਫਿਰ ਇਸ ਜਹਾਜ਼ ਦੀ ਜਿਹੜੀ ਸਾਂਭ ਕਰਨੀ ਪੈਣੀ। ਜਿਵੇਂ ਘੋੜਾ ਤੇ ਖਰੀਦ ਲੈਂਦੇ ਹੋ, ਪਰ ਘੋੜੇ ਨੂੰ ਬੰਨਣਾ ਹੈ, ਉਹਨੂੰ ਮੇਰਾ ਮਤਲਬ ਖਰਕਣਾ ਵੀ ਫੇਰਨਾ ਹੈ, ਉਹਨੂੰ ਕੋਈ ਮੇਰਾ ਮਤਲਬ ਹੈ ਕਿ ਉਹਨੂੰ ਕੋਈ ਛੋਲੇ ਵੀ ਖਵਾਉਣੇ ਜੇ, ਕੋਈ ਹੋਰ ਵੀ ਉਹਦਾ ਹਿਸਾਬ ਕਿਤਾਬ ਕਰਨਾ ਤੇ ਉਹਦੇ 'ਤੇ ਪੈਸੇ ਲੱਗਣੇ ਨੇ। ਮੁਰੱਬਾ ਜ਼ਮੀਨ ਚਾਹੀਦੀ ਹੈ ਜਾਂ ਅੱਧਾ ਮੁਰੱਬਾ ਜ਼ਮੀਨ ਕਮ ਅਜ਼ ਕਮ ਘੋੜਾ ਇੱਕ ਪਾਲਣ ਵਾਸਤੇ। ਤੇ ਉਹ ਜਹਾਜ਼ ਜਿਹੜਾ ਹੈ ਇਹ ਤਾਂ ਬਹੁਤ ਹੀ ਲੰਮਾ ਕੰਮ ਹੈ। ਜਿੰਨੇ ਦਾ ਪੂਰਾ ਜਹਾਜ਼ ਹੁੰਦਾ ਹੈ ਨਾ, 10 ਸਾਲ ਦੇ ਵਿੱਚ ਉਹਦੀ ਜਿਹੜੀ ਉਹਨੂੰ ਰੱਖਣ ਦਾ ਖਰਚਾ ਹੈ ਨਾ, ਉਸ ਤੋਂ ਵੱਧ ਜਾਂਦਾ ਹੈ। ਮਤਲਬ ਅਗਰ 10 ਰੁਪਏ ਦਾ ਜਹਾਜ਼ ਹੈ ਨਾ, ਜਾਂ 10 ਅਰਬ ਦਾ ਹੈ ਜਾਂ 10 ਕਰੋੜ ਦਾ ਹੈ, ਤੇ ਉਹ 10 ਸਾਲਾਂ ਦੇ ਵਿੱਚ ਉਦੋਂ ਬਹੁਤੇ ਪੈਸੇ ਖਾ ਜਾਂਦਾ ਜਹਾਜ਼। ਪਾਇਲਟਾਂ ਦੀਆਂ ਤਨਖਾਹਾਂ, ਇੰਸ਼ੋਰੈਂਸ, ਹੋਰ ਬੜੇ ਸਾਰੇ ਮਾਮਲਾਤ ਇਹਦੇ ਲਵਾਜ਼ਮਾਤ ਨੇ। ਤੇ ਉਹ ਹੁਣ ਅਜ਼ਮਾ ਬੁਖਾਰੀ ਸਾਹਿਬ ਨੇ ਆਖ ਦਿੱਤਾ ਵੀ ਅਸੀਂ 에ਅਰ ਪੰਜਾਬ ਵਾਸਤੇ ਖਰੀਦਿਆ ਹੈ, ਮਤਲਬ ਇਹਨੂੰ ਤੇ ਟੈਕਸੀ ਦੇ ਤੌਰ ਤੇ, ਰਕਸ਼ੇ ਦੇ ਤੌਰ ਤੇ ਚਲਾਉਣਾ, ਇਹਨੂੰ 에ਅਰ ਪੰਜਾਬ ਦੇ ਅਸੀਂ ਪੈਸੇਂਜਰਾਂ ਵਾਸਤੇ ਚਲਾਉਣਾ। ਅੱਛਾ, ਹੁਣ ਅੱਗੋਂ ਮਿਫਤਾ ਇਸਮਾਈਲ ਸਾਹਿਬ ਨੇ ਪੁੱਛਿਆ ਵੀ ਬਾਜੀ ਇਹ ਪਹਿਲਾ ਕੰਮ ਵੇਖਿਆ ਸੀ ਵੀ ਜਹਾਜ਼ ਖਰੀਦ ਲਿਆ, ਜਹਾਜ਼ ਖਰੀਦ ਲਿਆ, ਤੇ ਮੇਰਾ ਮਤਲਬ ਹੈ ਕਿ ਇਹ ਇੰਝ ਹੀ ਹੈ ਵੀ ਜਿਵੇਂ ਕੋਈ ਬੰਦਾ ਚਰਸ ਲੈ ਲੈ ਤੇ ਉਹਦੇ ਕੋਲ ਸਿਗਰਟ ਨਾ ਹੋਵੇ ਜਿਹਦੇ ਵਿੱਚ ਭਰ ਕੇ ਉਹਨੇ ਪੀਣੀ ਹੋਵੇ, ਮਾਜ਼ਰਤ ਇਸ ਮਿਸਾਲ ਲਈ, ਲੇਕਿਨ ਇਹੋ ਜਿਹਾ ਹੀ ਇਹਨਾਂ ਦੀਆਂ ਮਿਸਾਲਾਂ ਦੇ ਉੱਤੇ ਇਹੀ ਗੱਲ ਕੀਤੀ ਜਾ ਸਕਦੀ। ਬੰਦਾ ਕੋਈ ਟਾਇਰ ਖਰੀਦ ਲੈ ਤੇ ਆ ਕੇ ਸਾਈਕਲ ਲੈਣਾ, ਫਿਰ ਉਹਨੂੰ ਪਵਾਉਣਾ ਟਾਇਰ, ਜਾਂ ਪੈਡਲ ਖਰੀਦ ਲੈ, ਸਾਈਕਲ ਦਾ ਪੈਡਲ ਖਰੀਦ ਲੈ ਤੇ ਕਵੇ ਮੈਂ ਪੈਡਲ 'ਚ ਸਾਈਕਲ ਪਾਉਣਾ। ਇਹੋ ਜਿਹੇ ਕੰਮ ਕਰ ਰਹੇ ਨੇ ਕਿ ਕੋਈ 에ਅਰਲਾਈਨ ਦਾ ਕੋਈ ਅਜੇ ਇਹਨਾਂ ਨੇ ਲਾਇਸੈਂਸ ਨਹੀਂ ਲਿਆ। ਇਹ ਮਿਫਤਾ ਇਸਮਾਈਲ ਸਾਹਿਬ ਨੇ ਕਿਹਾ, ਕੋਈ ਦਫ਼ਤਰ ਨਹੀਂ ਬਣਾਇਆ, ਕੋਈ ਉਹਦਾ CEO ਨਹੀਂ ਰੱਖਿਆ, ਕੋਈ ਅਮਲਾ ਨਹੀਂ ਰੱਖਿਆ, 에ਅਰਲਾਈਨ ਨਹੀਂ ਹੈਗੀ, ਬਸ ਜਹਾਜ਼ ਖਰੀਦ ਲਿਆ, 에ਅਰਲਾਈਨ ਆਪੇ ਬਣ ਜਾਏਗੀ ਬਾਅਦ ਦੇ ਵਿੱਚ। ਵੈਸੇ ਇਹਨਾਂ ਦਾ ਕੰਮ ਉਲਟਾ ਹੀ ਹੈ। ਇਹ ਜਿਹੜੇ ਬਾਅਦ ਵਾਲੇ ਕੰਮ ਨੇ ਉਹਨਾਂ ਨੂੰ ਪਹਿਲੇ ਕਰ ਲੈਂਦੇ ਨੇ, ਜਿਹੜੇ ਪਹਿਲੇ ਕੰਮ ਹੁੰਦੇ ਨੇ ਉਹ ਬਾਅਦ 'ਚ ਕਰਦੇ ਨੇ, ਮਤਲਬ ਉਲਟੇ ਹੀ ਕੰਮ ਨੇ। ਮੈਂ ਤਾਂ ਨਾ ਪਾਸ ਅਫਦਰ ਵੀ ਇਸੇ ਤੋਂ ਇਹਨਾਂ ਨਾਲ ਗੁੱਸੇ ਆ, ਉਹ ਵੀ ਹੁਣ ਲਾਗੇ ਇਸੇ ਤੋਂ ਨਹੀਂ ਲੱਗਦਾ ਵੀ ਇਹਨਾਂ ਦੀ ਕੰਮਾਂ ਦੀ ਤਰਤੀਬ ਸਾਰੀ ਦੀ ਸਾਰੀ ਜਿਹੜੀ ਹੈ ਨਾ ਉਹ ਉਲਟੀ ਹੈ। ਬਹਰਹਾਲ ਇਹ ਮੈਨੂੰ ਮੰਨਣਾ ਪਏਗਾ ਵੀ ਇਹ ਜਿਸ ਵੇਲੇ ਕੰਮ ਕਰਦੇ ਨੇ ਪਤਾ ਲੱਗਦਾ ਹੈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਸ ਵਕਤ ਜਿਹੜੀ 15 ਕਲੀਅਰੈਂਸ ਹੈ ਗੱਡੀਆਂ ਦੀ, ਉਹ 1260 ਗੱਡੀਆਂ ਦੀ 15 ਕਲੀਅਰੈਂਸ ਹੋਈ ਹੈ ਇਸਲਾਮਾਬਾਦ ਦੇ ਵਿੱਚ। ਉਹਦੇ 'ਚ ਵਜ਼ੀਰ ਦਾਖਲਾ ਮੋਹਸਿਨ ਨਕਵੀ ਸਾਹਿਬ ਦੇ ਜਿਹੜੇ ਲਾਏ ਹੋਏ ਪੁਲਿਸ ਅਫਸਰ ਨੇ, ਉਹਨਾਂ ਨੇ ਕਰਪਸ਼ਨ ਕਰਨ ਦੀ ਅਖੀਰ ਹੀ ਕਰ ਛੱਡੀ ਹੈ। ਉਹ ਪੈਸੇ ਲੈ ਕੇ ਔਰ ਆਖਿਆ ਜਾ ਰਿਹਾ ਹੈ ਕਿ ਕਲੀਅਰੈਂਸ ਕਰਾਉਣ ਵਾਸਤੇ ਫੀ ਗੱਡੀ 30,000 ਰੁਪਈਆ ਸ਼ਹਿਰੀ ਲਾਈਨਾਂ 'ਚ ਲੱਗੇ ਨੇ, ਸ਼ਹਿਰੀਆਂ ਨੂੰ ਖੱਜਲ ਕਰਨ ਡਏ ਨੇ, ਜ਼ਲੀਲ ਕਰਨ ਡਏ ਨੇ ਉਹਨਾਂ ਦੀਆਂ ਗੱਡੀਆਂ ਦੀ। 15 ਕਲੀਅਰੈਂਸ ਮਤਲਬ ਪੁਲਿਸ ਕਲੀਅਰੈਂਸ, ਉਹਨੂੰ ਉਰਫੇ ਆਮ 'ਚ 15 ਕਲੀਅਰੈਂਸ ਕਹਿ ਦਿੰਦੇ ਨੇ, ਪੁਲਿਸ ਕਲੀਅਰੈਂਸ, ਤਾਂ ਕਿ ਉਹ ਤੁਹਾਡੇ ਨਾਂ ਦੇ ਉੱਤੇ ਰਜਿਸਟਰਡ ਹੋਵੇ, ਉਹਦਾ ਸਾਰਾ ਤੁਹਾਡਾ ਐਡਰੈਸ ਹੋਵੇ। ਅਗਰ ਕਿਤੇ ਤੁਹਾਨੂੰ ਨਾਕੇ ਤੇ ਪੁਲਿਸ ਰੋਕਦੀ ਹੈ, ਉਹ ਤੁਹਾਡੀ ਗੱਡੀ ਦਾ ਨੰਬਰ ਪਾਉਣ ਤੇ ਤੁਹਾਡਾ ਸ਼ਨਾਖਤੀ ਕਾਰਡ ਔਰ ਸਾਰਾ ਕੁਝ ਉਹਨਾਂ ਦੇ ਸਾਹਮਣੇ ਆ ਜਾਏ। ਉਹ ਕਲੀਅਰੈਂਸ ਜਿਹੜੀ ਹੈ ਉਹ ਆਮ ਲੋਕੀ ਜਿਹੜੇ ਨੇ ਉਹ ਘੰਟਿਆਂ ਦੇ ਹਿਸਾਬ ਨਾਲ, ਦਿਨਾਂ ਦੇ ਹਿਸਾਬ ਨਾਲ ਲਾਈਨਾਂ 'ਚ ਲੱਗਦੇ ਨੇ, ਫਿਰ ਜਾ ਕੇ ਕਲੀਅਰੈਂਸ ਹੁੰਦੀ। ਤੇ ਪੁਲਿਸ ਅਫਸਰਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਜਿਹੜੇ ਮੋਹਸਿਨ ਨਕਵੀ ਸਾਹਿਬ ਦੇ ਲਾਏ ਨੇ, ਉਹ 30,000 ਰੁਪਈਆ ਰਿਸ਼ਵਤ ਪੜ ਰਹੇ ਨੇ ਤੇ ਉਹ ਜਨਾਬ ਦਸਤੀ ਉਹਨਾਂ ਦੀ ਹੱਥੋਂ ਹੱਥੀ ਕਲੀਅਰੈਂਸ ਕਰਵਾ ਕੇ ਗੱਡੀਆਂ ਦੀ ਦੇਈ ਜਾ ਰਹੇ ਨੇ। ਮਤਲਬ ਗੌਰ ਕਰੋ ਕਿ ਗੱਡੀਆਂ ਲੋਕਾਂ ਦੇ ਕੋਲ ਨੇ। ਇਹ ਵੀ ਇੱਕ ਨਵਾਂ ਫਰਾਡ ਹੈ ਇਸ ਮੁਲਕ ਦੇ ਵਿੱਚ। ਤੁਸੀਂ ਗੌਰ ਕਰੋ ਵੀ ਗੱਡੀਆਂ ਨੇ ਖਰੀਦੀਆਂ ਲੋਕਾਂ, ਉਸ ਤੋਂ ਬਾਅਦ ਭਾਰੀ ਟੈਕਸ ਅਦਾ ਕੀਤਾ, ਉਹਨਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਗਵਰਨਮੈਂਟ ਦੇ ਨਾਲ ਕਰਵਾਈ,
ਉਸ ਵੇਲੇ ਕਲੀਅਰੈਂਸ ਨਹੀਂ ਸੀ ਕਰ ਸਕਦੇ, ਨਹੀਂ। ਪਹਿਲਾਂ ਗੱਡੀਆਂ ਵੇਚੀਆਂ ਨੇ, ਟੈਕਸ ਲਿਆ ਲੋਕਾਂ ਕੋ, ਫਿਰ ਰਜਿਸਟ੍ਰੇਸ਼ਨ ਦੀ ਫੀਸ ਲਈ, ਇਹ ਸਭ ਕੁਝ। ਹੁਣ ਆਉਂਦੇ ਨੇ ਨਹੀਂ ਫਿਰ ਆ ਕੇ ਕਲੀਅਰੈਂਸ ਕਰਾਓ। ਹੁਣ ਜਦੋਂ ਫਿਰ ਲੋਕੀ ਕਲੀਅਰੈਂਸ ਕਰਾਉਣ ਜਾਂਦੇ ਨੇ ਉੱਥੇ ਫਿਰ ਦਿਹਾੜੀ ਲਾਉਂਦੇ ਨੇ। ਇਹ ਇੱਕ ਨਵਾਂ ਕੰਮ ਜਨਾਬ ਉੱਥੇ ਸ਼ੁਰੂ ਹੋਇਆ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਵਿਹਾੜੀ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਆਸਿਫ ਅਲੀ ਜ਼ਰਦਾਰੀ ਸਾਹਿਬ ਜਿਹੜੇ ਅੱਜ ਕੱਲ੍ਹ ਬੜਕਾਂ ਬੜੀ ਮਾਰ ਰਹੇ ਨੇ, ਖਾਣੇ ਛੋਲੇ ਚਣਿਆਂ ਨੂੰ ਪੰਜਾਬੀ ਛੋਲੇ ਆਉਂਦੇ ਨੇ, ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ, ਉਹ ਗੱਲ ਹੈ ਜ਼ਰਦਾਰੀ ਸਾਹਿਬ ਦੀ। ਅੱਜ ਕੱਲ੍ਹ ਬੜਕਾਂ ਸੜਕਾਂ ਬੜੀਆਂ ਮਾਰ ਰਹੇ ਨੇ। ਉਹ ਵਜ੍ਹਾ ਵੀ ਦੱਸਦੇ ਤੁਹਾਨੂੰ ਵੀ ਕਿਉਂ ਬੇਵਕਤਾ। ਉਹ ਤੁਹਾਨੂੰ ਪਤਾ ਹੈ ਨਾ ਕਿ ਕੋਈ ਕੁੱਕੜ ਜਿਹੜਾ ਹੈ ਉਹ ਕਈ ਵਾਰੀ ਵੇਲੇ ਤੋਂ ਪਹਿਲਾਂ ਮੰਗਾਂ ਦਿੰਦਾ ਹੈ। ਹੁਣ ਫਿਰ ਉਹਦੇ ਦੋ ਕੰਮ ਹੁੰਦੇ ਨੇ, ਜਾਂ ਤਾਂ ਉਹ ਕੁੱਕੜ ਕਿਸੇ ਕੰਮ ਆ ਜਾਂਦਾ ਕਿਸੇ ਦੇ, ਅਤੇ ਜਾਂ ਫਿਰ ਉਹ ਕੁੱਕੜ ਜਿਹੜਾ ਉਹਦਾ ਕੋਈ ਉਪਾਅ ਕਰਦੇ ਨੇ ਲੋਕੀ, ਜਿਹੜੀ ਵਜ੍ਹਾ ਤੋਂ ਉਹ ਬਾਂਗਾਂ ਦਿੰਦਾ ਉਹਨੂੰ ਉਹ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਬਈ ਇਹ ਬਾਂਗਾਂ ਦਿੰਦਾ, ਇਹਨੂੰ ਕਿਸੇ ਵੇਲੇ ਲਾਓ ਤਾਂ ਕਿ ਬਾਂਗਾਂ ਦੇਣੀਆਂ ਇਹਦੀਆਂ ਬੰਦ ਹੋਣ। ਹੁਣ ਆਸਿਫ ਅਲੀ ਜ਼ਰਦਾਰੀ ਸਾਹਿਬ ਦੀ ਇਹ ਬਾਂਗਾਂ, ਬੇਵਕਤੀਆਂ ਬਾਂਗਾਂ ਜਿਹੜੀਆਂ ਨੇ, ਇਹਨਾਂ ਦੀ ਦੇਣ ਦੀ ਵਜ੍ਹਾ ਕੀ ਹੈ ਉਹ ਤੁਹਾਨੂੰ ਦੱਸ ਰਹੇ। ਲੇਕਿਨ ਪਹਿਲਾਂ ਸੁਣ ਲਓ ਜ਼ਰਾ। ਉਹਨਾਂ ਨੇ ਵਿਹਾੜੀ ਦੇ ਵਿੱਚ ਖਿਤਾਬ ਕੀਤਾ ਅਤੇ ਉੱਥੇ ਆਖਿਆ ਵੀ ਸਾਡਾ ਮੁਸਲਿਮ ਲੀਗ ਨੂਨ ਦੇ ਨਾਲ ਹੀ ਚੱਲਣ ਦਾ ਪ੍ਰੋਗਰਾਮ ਹੈ। ਮੈਨੂੰ ਦੱਸੋ ਵੀ ਹੋਰ ਤੁਸੀਂ ਕਿਹਦੇ ਨਾਲ ਚੱਲਣਾ? ਇਹ ਤੁਸੀਂ ਜਿਹੜਾ ਇਹ ਵਲ ਭੰਨ ਕੇ ਇੱਕ ਦੂਜੇ ਨੂੰ ਮਿਲੇ ਜੇ। ਤੁਸੀਂ ਪੰਜਾਬੀ ਚਾਹੁੰਦੇ ਨੇ ਵਲ ਭੰਨ ਕੇ, ਮੇਰਾ ਮਤਲਬ ਹੈ ਕਿ ਮੇਰਾ ਦੂਰੋਂ ਜਾ ਕੇ ਇੱਕ ਦੂਜੇ ਨੂੰ ਜੱਫੀ ਪਾਉਣੀ। ਇਹ ਤੁਸੀਂ ਜਨਾਬ ਨੂਨ ਲੀਗ ਵਾਲੇ ਤੇ ਤੁਸੀਂ ਵਲ ਭੰਨ ਕੇ ਇੱਕ ਦੂਜੇ ਨੂੰ ਮਿਲੇ ਜੇ, ਅਤੇ ਤੁਸੀਂ ਮੇਰਾ ਮਤਲਬ ਇੱਕ ਦੂਜੇ ਤੋਂ ਬਗੈਰ ਕਿਵੇਂ ਚੱਲ ਸਕਦੇ ਜੇ? ਇਹਦਾ ਸਾਰਾ ਨਿਜ਼ਾਮ ਹੈ, ਜਿੰਨੀ ਤੁਸੀਂ ਇਹ ਸਾਰੀ ਕਰਪਸ਼ਨ ਵੀ ਕਰ ਛੱਡੀ ਹੈ ਅਤੇ ਜਿੰਨਾ ਮੁਲਕ ਲੁੱਟ ਲਿਆ ਫੀਲਡ ਮਾਰਸ਼ਲ ਨਾਲ ਰਲ ਕੇ, ਕੋਈ ਡਿਪਾਰਟਮੈਂਟ ਨਹੀਂ ਛੱਡਿਆ, ਕੋਈ ਅਦਾਲਤ ਨਹੀਂ ਛੱਡੀ, ਕੋਈ ਆਈਨ ਨਹੀਂ ਛੱਡਿਆ, ਮਤਲਬ ਕਿਸੇ ਸ਼ੈ ਦੇ ਪੱਲੇ ਕੋਈ ਸ਼ੈ ਤੁਸੀਂ ਨਹੀਂ ਛੱਡੀ। ਅਤੇ ਹੁਣ ਮੈਨੂੰ ਦੱਸੋ ਵੀ ਹੁਣ ਤੁਸੀਂ ਇੱਕ ਦੂਜੇ ਦੇ ਨਾਲ ਨਾ ਚੱਲੇ। ਮੈਨੂੰ ਇੱਕ ਹੋਰ ਦੱਸੋ, ਪਿੰਡਾਂ ਵਾਲੇ ਬੰਦਿਆਂ ਨੂੰ ਇਸ ਗੱਲ ਦੀ ਸਮਝ ਆਏਗੀ। ਪਿੰਡਾਂ ਵਾਲਿਆਂ ਬੰਦਿਆਂ ਨੂੰ ਪਤਾ ਵੀ ਪੰਜਾਲੀ ਕੀ ਹੁੰਦੀ ਹੈ। ਜਦੋਂ ਦੋ ਢੱਗੇ, ਬੌਲਦ, ਬੁੱਲ ਜਿਹੜੇ ਨੇ, ਬੈਲ, ਜੋ ਵੀ ਕਹਿਣਾ ਤੁਸੀਂ, ਜੋ ਵੀ ਤੁਹਾਨੂੰ ਸਮਝ ਆਉਂਦੀ ਹੈ, ਉਹਨਾਂ ਨੂੰ ਪੰਜਾਬੀ ਢੱਗੇ ਵੀ ਆਉਂਦੇ ਨੇ। ਜਦੋਂ ਦੋ ਢੱਗੇ ਜਿਹੜੇ ਉਹ ਪੰਜਾਲੀ 'ਚ ਜੋੜੇ ਹੋਣ ਅਤੇ ਪਿੱਛੇ ਜ਼ਿਮੀਂਦਾਰ ਜਿਹੜਾ ਉਹਨੇ ਆਰ ਵੀ ਲਾਈ ਹੋਵੇ, ਆਰ ਹੁੰਦੀ ਉਹਦੇ 'ਤੇ ਸੂਈ ਲਾਉਂਦੇ ਨੇ। ਉਹ ਮਾੜਾ ਕੰਮ ਤਾਂ ਮਾੜਾ ਹੀ ਹੁੰਦਾ, ਡੰਗਰ ਨੂੰ ਸੂਈ ਮਾਰਨਾ, ਲੇਕਿਨ ਬੰਦੇ ਕਈ ਮਾਰਦੇ ਨੇ ਫਿਰ ਉਹਨਾਂ ਨੂੰ ਸਿੱਧਾ ਕਰਨ ਵਾਸਤੇ। ਉਹ ਜਿਹੜੀ ਮੇਰਾ ਮਤਲਬ ਹੈ ਕਿ ਆਰ ਲਾਉਂਦੇ ਨੇ ਉਹਦੇ 'ਤੇ ਅਤੇ ਡੰਡੇ ਦੇ ਉੱਤੇ, ਅਤੇ ਉਹ ਪਿੱਛੋਂ ਫਿਰ ਮਾਰਦੇ ਨੇ ਆਰ ਜਿਹੜੀ ਹੈ। ਜਿਸ ਵੇਲੇ ਕੋਈ ਬੌਲ ਥੋੜ੍ਹਾ ਤੁਰਦਾ ਹੈ, ਕੋਈ ਲੀ ਭੰਨਦਾ ਹੈ, ਕੋਈ ਉੱਧਰ ਨੂੰ ਜਾਂਦਾ ਹੈ, ਕੋਈ ਉੱਧਰ ਨੂੰ ਜਾਂਦਾ ਹੈ, ਉਹ ਪੁੜੇ 'ਤੇ ਰੱਖ ਕੇ ਨਾ, ਜਿਹੜਾ ਬੌਲਦ ਹੁੰਦਾ ਉਹਦੇ ਪੁੜੇ 'ਤੇ ਰੱਖ ਕੇ ਆਰ ਮਾਰਦੇ ਨੇ ਪਿਛਲੇ ਪਾਸਿਓਂ। ਇਹ ਹੁਣ ਇਹਨਾਂ ਦਾ ਰੌਲਾ ਇਹ ਵੀ ਪਿੱਛੇ ਸੁਹਾਗੇ 'ਤੇ ਚੜ੍ਹਿਆ ਫੀਲਡ ਮਾਰਸ਼ਲ, ਇਹਨਾਂ ਦੇ ਪਿੱਛੇ ਸੁਹਾਗੇ 'ਤੇ ਚੜ੍ਹਿਆ ਫੀਲਡ ਮਾਰਸ਼ਲ। ਅੱਗੇ ਇੱਕ ਪਾਸੇ ਉਹਨਾਂ ਨਵਾਜ਼ ਸ਼ਰੀਫ ਜੋੜਿਆ ਅਤੇ ਇੱਕ ਪਾਸੇ ਉਹਨਾਂ ਜੋੜਿਆ ਜਨਾਬ ਆਸਿਫ ਅਲੀ ਜ਼ਰਦਾਰੀ। ਹੁਣ ਢੱਗੇ ਵੀ ਜਿਸ ਵੇਲੇ ਤੁਹਾਨੂੰ ਪਤਾ ਬੁੱਢੜ ਹੋ ਜਾਂਦੇ ਨੇ ਅਤੇ ਉਸ ਵੇਲੇ ਤੁਰਿਆ ਤਰਿਆ ਸਿੱਧਾ ਨਹੀਂ ਜਾਂਦਾ, ਅਗਲੇ ਪਾਸਿਓਂ ਕਿਸੇ ਹੋਰ ਪਾਸੇ ਨੂੰ ਹੁੰਦੇ ਨੇ, ਪਿਛਲੇ ਪਾਸਿਓਂ ਕਿਸੇ ਹੋਰ ਪਾਸੇ ਨੂੰ ਹੁੰਦੇ ਨੇ, ਖੁੱਚਾਂ ਕਿਸੇ ਹੋਰ ਪਾਸੇ ਨੂੰ ਨਿਕਲੀਆਂ ਹੁੰਦੀਆਂ ਨੇ। ਹੁਣ ਇਹਨਾਂ ਬੌਲਦਾਂ ਦਾ ਹਾਲ ਹੋਇਆ ਇਹ। ਪਿੱਛੋਂ ਫੀਲਡ ਮਾਰਸ਼ਲ ਪੁੜੇ ਦੇ ਉੱਤੇ ਰੱਖਣ ਡਿਆ ਆਰ ਜਨਾਬ, ਉਹ ਆਰ ਕਹਿੰਦੇ ਨੇ ਸੂਈ ਨੂੰ। ਪਿੱਛੋਂ ਫੀਲਡ ਮਾਰਸ਼ਲ ਜਿਹੜਾ ਉਹ ਇੱਕ ਦੇ ਖੱਬੇ ਪੁੜੇ 'ਤੇ ਇੱਕ ਦੇ ਸੱਜੇ ਪੁੜੇ 'ਤੇ ਉਹ ਜਨਾਬ ਦਿੰਦਾ ਆਰ ਰੱਖ ਕੇ। ਤੁਹਾਨੂੰ ਪਤਾ ਫੀਲਡ ਮਾਰਸ਼ਲ ਵੀ ਕੰਮ ਕਰਦਾ, ਪਤਾ ਲੱਗਦਾ ਜਿਸ ਵੇਲੇ ਉਹ ਇਹਨਾਂ ਦੇ ਨਾਲ ਕੰਮ ਕਰਦਾ, ਅਤੇ ਇਹਨਾਂ ਨੂੰ ਹੁਣ ਪਤਾ ਲੱਗਦਾ ਮਤਲਬ ਕਿ ਆਰ ਜਿਸ ਵੇਲੇ ਵੱਜਦੀ ਹੈ ਅਤੇ ਇਹ ਹੁਣ ਜਨਾਬ ਕਦੀ ਉਹ ਆਈ ਦੀ ਆਵਾਜ਼ ਆਉਂਦੀ ਹੈ ਅਤੇ ਕਦੀ ਉਹਦੀ ਉਈ ਦੀ ਆਵਾਜ਼ ਆਉਂਦੀ ਹੈ, ਦੋਵੇਂ ਜਿਹੜੇ ਢੱਗੇ ਨੇ ਇਸ ਵੇਲੇ। ਲੇਕਿਨ ਹੁਣ ਜਦੋਂ ਪੰਜਾਲੀ 'ਚ ਜੁੜੇ ਨੇ, ਅਰਲੀਆਂ ਪਾਈਆਂ ਨੇ ਦੋਵੇਂ ਪਾਸਿਓਂ। ਅਰਲੀ ਹੁੰਦੀ ਹੈ ਉਹ ਜਿਹੜੀ ਲੱਕੜ ਦੀ ਸਟਿੱਕ ਜੀ ਹੁੰਦੀ ਹੈ ਜਿਹੜੀ ਪੰਜਾਲੀ 'ਚ ਪਾਈ ਦੀ ਹੈ, ਅਤੇ ਉਹ ਕੱਢ ਕੇ ਅਤੇ ਢੱਗੇ ਦਾ ਜਿਹੜਾ ਉਹ ਸਿਰ ਬਾਹਰ ਕੱਢੀਦਾ, ਉਹ ਇੱਕ ਸੇਫਟੀ ਤੁਸੀਂ ਉਹਨੂੰ ਕਹੋ ਵਾਲ ਲੱਗਾ ਹੁੰਦਾ, ਉਹਨੂੰ ਪੰਜਾਬੀ ਦੇ ਵਿੱਚ ਉਹਨੂੰ ਤੁਸੀਂ ਜੋ ਮੇਰਾ ਮਤਲਬ ਹੋਰ ਵੀ ਉਹਦੇ ਉਰਦੂ 'ਚ ਵੀ ਨਾਂ ਹੋਣਗੇ ਜ਼ਾਹਿਰ। ਅਤੇ ਖੈਰ ਮੁਖਤਸਰ ਗੱਲ ਇਹ ਹੈ ਵੀ ਉਹ ਪੰਜਾਲੀ 'ਚ ਜੋ ਇਹ ਜੁੜੇ ਨੇ ਜਾਂ ਜੁਪੇ ਨੇ, ਅਤੇ ਇਹਨਾਂ ਨੇ ਕਿੱਥੇ ਜਾਣਾ ਹੈ? ਆਉਂਦੇ ਨੇ ਵੀ ਅਸੀਂ ਇੱਕ ਦੂਜੇ ਨਾਲ ਤੁਰਨ ਦਾ ਹੀ ਪ੍ਰੋਗਰਾਮ ਬਣਾਇਆ। ਵੀ ਤੁਹਾਨੂੰ ਮਜਬੂਰੀ ਪਿੱਛੋਂ ਆਰਾਂ ਠੋਕਣ ਡਿਆ ਪੁੜੇ ਦੇ ਉੱਤੇ, ਅਤੇ ਤੁਸੀਂ ਕਿੱਧਰ ਜਾਣਾ ਹੈ? ਤੁਹਾਨੂੰ ਇਕੱਠਿਆਂ ਹੀ ਤੁਰਨਾ ਪੈਣਾ। ਹੁਣ ਤਾਂ ਪਿੱਛੋਂ ਪੈਣੀਆਂ ਨੇ ਤੁਹਾਨੂੰ, ਮੈਂ ਮੋਰਾਂ 'ਚ ਪੈਣੀਆਂ ਨੇ ਤੁਹਾਨੂੰ ਜੇ ਇੱਧਰ ਉੱਧਰ ਹੋਏ। ਇਸ ਲਈ ਅੱਛਾ ਹੁਣ ਜਿਹੜੀ ਗੱਲ ਹੈ ਕਿ ਬੇਵਕਤੀ ਇਹ ਅਜ਼ਾਨਾਂ ਕਿਉਂ ਦੇਣ ਡਏ ਨੇ? ਇਹ ਅਜ਼ਾਨਾਂ ਇਸ ਤੋਂ ਦੇਣ ਡਏ ਨੇ ਜ਼ਰਦਾਰੀ ਸਾਹਿਬ, ਇਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਪੁੱਤਰ ਨੂੰ ਵੀ ਵਜ਼ੀਰ ਆਜ਼ਮ ਬਣਾਇਆ ਜਾ ਸਕਦਾ ਹੈ। ਇਸ ਵੇਲੇ ਜਿਹੜਾ ਫੀਲਡ ਮਾਰਸ਼ਲ ਹੈ ਉਹ ਤੰਗ ਹੈ ਨੂਨ ਲੀਗ ਤੋਂ, ਕਿਉਂਕਿ ਫੀਲਡ ਮਾਰਸ਼ਲ ਨੂੰ ਲੱਗਦਾ ਹੈ ਵੀ ਨੂਨ ਲੀਗ ਦੀ ਵਜ੍ਹਾ ਤੋਂ ਫੀਲਡ ਮਾਰਸ਼ਲ ਨੂੰ ਲੋਕ ਮਾੜਾ ਚੰਗਾ ਬਹੁਤ ਬੋਲਦੇ ਨੇ, ਅਤੇ ਤੁਸੀਂ ਜ਼ਰਾ ਥੋੜ੍ਹਾ ਇਮਰਾਨ ਖਾਨ 'ਤੇ ਹਮਲੇ ਕਰੋ ਔਰ ਫੀਲਡ ਮਾਰਸ਼ਲ ਨੂੰ ਵਿਖਾਓ ਵੀ ਮੈਂ ਨੂਨ ਲੀਗ ਤੋਂ ਬਹੁਤੀ ਬਦਜ਼ੁਬਾਨੀ ਇਮਰਾਨ ਖਾਨ ਦੇ ਬਾਰੇ ਕਰ ਸਕਦਾ, ਅਤੇ ਫਿਰ ਤੁਹਾਡੇ ਪੁੱਤਰ ਦੀ ਵਾਰੀ ਆ ਸਕਦੀ ਹੈ ਪ੍ਰਾਈਮ ਮਿਨਿਸਟਰ ਦੀ। ਇਸ ਲਈ ਜ਼ਰਦਾਰੀ ਸਾਹਿਬ ਅੱਜ ਕੱਲ੍ਹ ਜਦੋਂ ਵੀ ਬੋਲਣ ਡਏ ਨੇ ਖੱਫਣ ਹੀ ਪਾੜਨ ਡਏ ਨੇ, ਅਤੇ ਉਹਦੀ ਵਜ੍ਹਾ ਇਹ ਵੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਸ ਤਰੀਕੇ ਨਾਲ ਮੇਰੇ ਪੁੱਤਰ ਦਾ ਕੋਈ ਹੋ ਸਕਦਾ ਉਹਦਾ ਕੋਈ ਮੁਸਤਕਬਲ ਬਣ ਜਾਏ। ਵੈਸੇ ਤੁਹਾਨੂੰ ਪਤਾ ਉਮੀਦ ਕੋਈ ਨਹੀਂ ਇਸ ਤਰੀਕੇ ਨਾਲ ਇਹ ਉਹ ਕੰਮ ਕਰ ਰਹੇ ਨੇ।
ਪੀਪਲਸ ਪਾਰਟੀ ਦੀ ਮਿਹਰਬਾਨੀ ਹੈ ਕਿ ਉਹ ਡਬਲ ਸ਼ਿਫਟ ਲਾ ਰਹੀ ਹੈ। ਇੱਕ ਤੇ ਯਾਰ ਤੁਸੀਂ ਦੰਦ ਬੜੇ ਕੱਢਦੇ ਜੇ, ਮੈਂ ਭਾਈ ਆਪਣੇ ਕੋਲੋਂ ਨਹੀਂ ਇਹ ਸਟੇਟਮੈਂਟ ਦਿੱਤੀ, ਇਹ ਤੁਸੀਂ ਇਹ ਤੇ ਮੁਖਤਾਰ ਜਿਹੜਾ ਹੈ ਨਾ, ਇਹ ਇੱਕ ਤੇ ਟੋਭਾ ਟੇਕ ਸਿੰਘ 'ਚ ਬੈਠਾ ਹਰ ਵੇਲੇ ਹੱਸਦਾ ਰਹਿੰਦਾ ਜਦੋਂ ਮੈਂ ਕੋਈ ਮਾੜੀ ਜੀ ਗੱਲ ਕਰਦਾ ਹਾਂ। ਭਾਈ ਮੇਰੇ ਪਹਿਲਾਂ ਗੱਲ ਸੁਣ ਲਿਆ ਕਰੋ ਪੂਰੀ, ਇਹ ਬਿਆਨ ਸੁਣ ਲਓ, ਫਿਰ ਤੁਸੀਂ ਆਪ ਹਿਸਾਬ ਲਾ ਲਓ ਵੀ ਮੈਂ ਗੱਲ ਕੀਤੀ ਆਪਣੇ ਕੋਲੋਂ ਜਾਂ ਇਹ ਕਿਸੇ ਨੇ। ਇਹ ਮੁਹਤਰਮਾ ਸ਼ਰਮੀਲਾ ਫਾਰੂਕੀ ਸਾਹਿਬਾ ਨੇ ਗੱਲ ਕੀਤੀ ਹੈ ਕਿ ਪੀਪਲਸ ਪਾਰਟੀ ਦੀ ਮਿਹਰਬਾਨੀ ਹੈ ਕਿ ਉਹ ਦੋ ਕੰਮ ਕਰ ਰਹੀ ਹੈ। ਮੈਂ ਤੁਹਾਨੂੰ ਦੱਸਿਆ ਨਾ ਵੀ ਕੰਮ ਕਰਦੇ ਨੇ ਪਤਾ ਲੱਗਦਾ ਹੈ। ਉਹਨਾਂ ਕਿਹਾ ਸਿੰਗਲ ਨਹੀਂ, ਅਸੀਂ ਦੋ ਕੰਮ ਕਰ ਰਹੇ ਹਾਂ। ਸ਼ਰਮੀਲਾ ਫਾਰੂਕੀ ਸਾਹਿਬਾ ਨੇ ਕਿਹਾ ਹੈ ਕਿ ਦੋ ਕੰਮ ਕਰ ਰਹੀ ਹੈ ਪੀਪਲਸ ਪਾਰਟੀ, ਇੱਕ ਤੇ ਹਕੂਮਤ ਦਾ ਸਾਥ ਦੇ ਰਹੀ ਹੈ ਤੇ ਦੂਜਾ ਆਪੋਜੀਸ਼ਨ ਵੀ। ਆਪੋਜੀਸ਼ਨ ਦਾ ਕੰਮ ਵੀ ਉਹੀ ਕਰਦੀ ਹੈ, ਮਤਲਬ ਕੰਮ ਕਰਦੀ ਹੈ ਪਤਾ ਲੱਗਦਾ ਹੈ। ਆਪੋਜੀਸ਼ਨ ਦਾ ਵੀ ਕੰਮ ਕਰ ਰਹੀ ਹੈ ਤੇ ਹਕੂਮਤ ਦਾ ਵੀ ਸਾਥ ਦੇ ਰਹੀ ਹੈ। ਉਹਨਾਂ ਨੇ ਕਿਹਾ ਆਈਨੀ ਤਰਮੀਮ ਦੇ ਵਕਤ ਪੀਪਲਸ ਪਾਰਟੀ ਨਾ ਹੁੰਦੀ ਤੇ ਫਿਰ ਪਤਾ ਲੱਗਦਾ ਵੀ ਕਿਹੜੇ ਪਾਸੇ ਜਾਣਾ ਹੈ, ਫਿਰ ਮਾਮਲਿਆਂ ਦਾ ਪਤਾ ਲੱਗਦਾ। ਉਹ ਕਹਿ ਰਹੇ ਨੇ ਵੀ ਅਸੀਂ ਤੇ ਜਨਾਬ ਓਵਰ ਟਾਈਮ ਕਰ ਰਹੇ ਹਾਂ, ਡਬਲ ਸ਼ਿਫਟ ਕਰ ਰਹੇ ਹਾਂ, ਓਵਰ ਟਾਈਮ ਕਰ ਰਹੇ ਹਾਂ, ਦੋ ਕੰਮ ਕਰ ਰਹੇ ਹਾਂ। ਅਸੀਂ ਤੇ ਜਨਾਬ ਨੌਂ ਵੀ ਬਣੇ ਤੇ ਸੱਸ ਵੀ ਬਣੇ, ਅਸੀਂ ਤੇ ਸਾਲਾ ਵੀ ਬਣੇ ਤੇ ਬੈਨੋਈ ਵੀ ਬਣੇ, ਮਤਲਬ ਦੋਵੇਂ ਕੰਮ ਹੀ ਕਰੀ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਉਹ ਹਕੂਮਤ ਵੀ ਬਣੇ ਤੇ ਆਪੋਜੀਸ਼ਨ ਵੀ ਬਣੇ। ਵੈਸੇ ਗੱਲ ਠੀਕ ਹੈ, ਇਦੋਂ ਅੱਛਾ ਪੈਕੇਜ ਲੱਭ ਨਹੀਂ ਸਕਦਾ ਕਿਤੇ ਵੀ, ਇਦੋਂ ਅੱਛਾ ਪੈਕੇਜ ਕਿਤੋਂ ਨਹੀਂ ਲੱਭ ਸਕਦਾ। ਫੀਲਡ ਮਾਰਸ਼ਲ ਸਾਹਿਬ ਨੂੰ ਪੈਗਾਮ ਸਹੀ ਦੇ ਰਹੀ ਹੈ ਪੀਪਲਸ ਪਾਰਟੀ ਵੀ ਅਸੀਂ ਜਨਾਬ ਤੁਹਾਡਾ ਸਾਰਾ ਹੀ ਮਾੜਾ ਚੰਗਾ ਕੰਮ ਜਿਹੜਾ ਕਰੀ ਜਾ ਰਹੇ। ਰਾਵਲਪਿੰਡੀ 'ਚ ਅਨੋਖਾ ਇhtਜਾਜ ਹੋਇਆ ਜੀ। ਵਜ਼ੀਰ ਆਲਾ ਫਾਰਮ 47 ਦੀ ਜਿਹੜੀ ਮਰੀਮ ਨਵਾਜ਼ ਸਾਹਿਬ 1300 ਕਰੋੜ ਦਾ ਜਿਨ੍ਹਾਂ ਨੇ ਜਹਾਜ਼ ਖਰੀਦਿਆ ਹੋਣੇ, ਉਹਨਾਂ ਦੇ ਖਿਲਾਫ ਪੈਰਾ ਫੋਰਸ, ਫੂਡ ਅਥਾਰਟੀ, ਪ੍ਰਾਈਸ ਕੰਟਰੋਲ ਤੇ ਪੰਜਾਬ ਰੈਵਨਿਊ ਅਥਾਰਟੀ ਨੇ ਜਿਹੜੇ ਸੇਲ ਟੈਕਸ ਲਾ ਕੇ ਤੇ ਜਨਾਬ ਪੰਜਾਲੀ 'ਚ ਜੋੜ ਲਿਆ ਉਹਨਾਂ ਨੇ ਸਾਰਿਆਂ ਨੂੰ, ਤੇ ਪਿੱਛੋਂ ਆਰਾ ਮਾਰਨ ਡਏ ਨੇ, ਉਹਦੇ ਖਿਲਾਫ ਇhtਜਾਜ ਕੀਤਾ। ਤੇ ਇhtਜਾਜ ਦੇ ਵਿੱਚ ਮੱਝਾਂ ਵੀ ਆਈਆਂ ਨੇ। ਹਾਂਜੀ, ਬੈਂਸ ਜਿਹਨੂੰ ਕਹਿੰਦੇ ਨੇ, ਬਫਲੋ, ਮੱਝਾਂ ਵੀ ਆਈਆਂ ਜੇ ਇhtਜਾਜ ਦੇ ਵਿੱਚ। ਤੁਹਾਨੂੰ ਯਕੀਨ ਨਹੀਂ ਹੈ, ਵੀਡੀਓ ਵੇਖ ਲਓ। ਇhtਜਾਜ ਦੇ ਵਿੱਚ ਜਨਾਬ ਰੈਸਟੋਰੈਂਟ ਐਸੋਸੀਏਸ਼ਨ ਆਈ ਰਾਵਲਪਿੰਡੀ ਦੀ, ਇਸਲਾਮਾਬਾਦ ਚਿਕਨ ਰਿਟੇਲਰ ਐਸੋਸੀਏਸ਼ਨ ਆਈ, ਫਰੈਸ਼ ਮਿਲਕ ਐਸੋਸੀਏਸ਼ਨ ਹੈ, ਦੁੱਧ ਵੇਚਣ ਵਾਲੇ ਸੱਜਣ, ਰਾਵਲਪਿੰਡੀ ਮੀਟ ਐਸੋਸੀਏਸ਼ਨ, ਕਸਾਬ ਬਰਾਦਰੀ, ਕਸਾਈ ਬਰਾਦਰੀ ਸਾਰੀ, ਨਾਨ ਬਾਈ ਨਾਨ ਸ਼ਾਨ ਲਾਉਣ ਵਾਲੇ, ਰਾਵਲਪਿੰਡੀ ਫਰਨੀਚਰ ਐਸੋਸੀਏਸ਼ਨ ਰਾਵਲਪਿੰਡੀ, ਤੇ ਤਮਾਮ ਤਾਜਰ ਤਨਜ਼ੀਮਾਂ। ਹੁਣ ਆਰਾਂ ਵੱਜਣ ਡੀਆਂ ਇਹਨਾਂ ਪੁੜਿਆਂ ਤੇ ਸਾਰਿਆਂ ਦੇ, ਤੇ ਬਾਂਹ ਨਿਕਲੀ ਪਈ ਹੈ ਸਾਰਿਆਂ ਦੀ। ਜਦੋਂ ਇਹਨਾਂ ਨੂੰ ਬਿਸ਼ਾਰਤਾ ਮਸੱਲੀ ਕਹਿੰਦਾ ਸੀ ਵੀ ਬੰਦੇ ਦੇ ਪੁੱਤਰ ਬਣ ਜਾਓ, ਇਹ ਜਿਹੜੀ ਫਾਰਮ 47 ਦੀ ਹਕੂਮਤ ਇਹਦੇ ਖਿਲਾਫ ਆਵਾਜ਼ ਚੁੱਕੋ, ਪੁਰਅਮਨ ਇhtਜਾਜ ਕਰੋ, ਕੋਈ ਨਹੀਂ ਸੀ ਬਣਦਾ। ਹੁਣ ਮੱਝਾਂ ਜਿਹੜੀਆਂ ਨੇ ਉਹਨਾਂ ਦੀ ਵੀ ਵਿਚਾਰੀਆਂ ਦੀ ਬੱਸ ਹੋ ਗਈ, ਉਹ ਵੀ ਇhtਜਾਜ 'ਚ ਆਈਆਂ ਨੇ। ਜ਼ਾਹਿਰ ਹੈ ਉਹ ਜਿਹੜੇ ਦੁੱਧ ਦਾ ਕਾਰੋਬਾਰ ਕਰਦੇ ਨੇ ਉਹ ਆਪਣੀਆਂ ਮੱਝਾਂ ਲੈ ਕੇ ਆਈਆਂ ਨੇ। ਹੁਣ ਮੱਝਾਂ ਵਿਚਾਰੀਆਂ ਐਡੀਆਂ ਤੇ ਨਹੀਂ ਸਿਆਣੀਆਂ ਹੋ ਗਈਆਂ ਨਾ, ਜੇ ਮੱਝਾਂ ਐਡੀਆਂ ਸਿਆਣੀਆਂ ਹੋ ਜਾਣ ਫਿਰ ਤੇ ਉਹ ਵੀ ਜਹਾਜ਼ ਲੈ ਲੈਣ ਆਪਣੇ। ਇਹ ਇਨਸਾਨ ਹੀ ਲੈ ਸਕਦੇ ਨੇ, ਮੱਝਾਂ ਨਹੀਂ ਲੈ ਸਕਦੇ, ਜਾਂ ਜਾਨਵਰ ਕੋਈ ਨਹੀਂ ਲੈ ਸਕਦਾ। ਜਾਨਵਰ ਤੇ ਵਿਚਾਰਾ ਜਿਹੜਾ ਉਹਨੂੰ ਜਿੱਥੇ ਫੜ ਕੇ ਲਿਆ ਕੇ ਪੱਠੇ ਪਾ ਦਿੱਤੇ ਨੇ, ਉਹ ਮੇਰਾ ਮਤਲਬ ਹੈ ਕਿ ਆ ਗਿਆ ਵਿਚਾਰਾ ਗਰੀਬ। ਤੇ ਬਹਰਹਾਲ ਇਹ ਹੁਣ ਇhtਜਾਜ ਹੋ ਰਿਹਾ ਕਿਉਂਕਿ ਸਾਰੇ ਇਸ ਵੇਲੇ ਤੰਗ ਨੇ, ਤੇ ਹੁਣ ਸਾਰਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਕਿਹੜੇ ਪਾਸੇ ਜਾਈਏ, ਕਿਉਂਕਿ ਕੋਈ ਪੁਰਸਾਨੇ ਹਾਲ ਤੇ ਕਿਸੇ ਦਾ ਹੈ ਨਹੀਂ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।